Hello dear students, welcome to my channel Education Simplified by OCDC. This is ਵਿਨੋਦ ਕੁਮਾਰ ਗਰਗ ਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸੂਖਮ ਜੀਵਾਂ ਦੀ ਵਰਤੋਂ ਬਾਇਓ ਕੰਟਰੋਲ ਏਜੰਟ ਦੇ ਤੌਰ ਤੇ ਕਿਵੇਂ ਕੀਤੀ ਜਾਂਦੀ ਹੈ। ਮੀਨਸ what is the role of microorganism as a biological control agents। ਓਕੇ, ਤਾਂ ਬਾਇਓ ਕੰਟਰੋਲ ਏਜੰਟ ਦਾ ਮਤਲਬ ਹੈ ਕਿ ਵੀਡਸ ਨੂੰ ਬਾਇਓਲੋਜੀਕਲ ਏਜੰਟ ਦੀ ਹੈਲਪ ਨਾਲ ਕੰਟਰੋਲ ਕਰਨਾ। ਵੀਡਸ ਹੁੰਦੇ ਨੇ ਅਨਵਾਂਟਡ ਗਰੋਥ ਤੇ ਨਾਲ ਹੀ ਕਿਸੇ ਹਾਰਮਫੁਲ ਇਨਸੈਕਟ ਨੂੰ ਕਿਸੇ ਹੋਰ ਇਨਸੈਕਟ ਦੀ ਮਦਦ ਨਾਲ ਕੰਟਰੋਲ ਕਰਨਾ, ਉਸ ਦੀ ਪੋਪੂਲੇਸ਼ਨ ਨੂੰ ਕੰਟਰੋਲ ਕਰਨਾ ਤੇ ਆਪਣੀਆਂ ਕ੍ਰੌਪਸ ਆਦਿ ਨੂੰ ਸੇਫ ਕਰਨਾ, ਇਹ ਸਾਰਾ ਬਾਇਓ ਕੰਟਰੋਲ ਦੇ ਅੰਡਰ ਆਉਂਦਾ ਹੈ। ਸੋ ਬਾਇਓ ਕੰਟਰੋਲ ਰੈਫਰ ਟੂ ਦਾ ਯੂਜ਼ ਆਫ ਬਾਇਓਲੋਜੀਕਲ ਮੈਥਡ ਫॉर ਕੰਟਰੋਲਿੰਗ ਪਲਾਂਟ ਡਿਜ਼ੀਜ਼ਸ ਐਂਡ ਪੈਸਟ। ਪਲਾਂਟ ਦੇ ਵਿੱਚ ਹੋਣ ਵਾਲੀਆਂ ਪੌਦਿਆਂ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਨੂੰ ਤੇ ਉਹਨਾਂ ਦੇ ਉੱਪਰ ਪੈਣ ਵਾਲੇ ਪੈਸਟ ਜਿਹੜੇ ਕਿ ਖਤਰਨਾਕ ਵੀਡਸ ਹੁੰਦੇ ਨੇ ਉਹਨਾਂ ਨੂੰ ਰੋਕਣ ਦੇ ਲਈ, ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਤੇ ਪਲਾਂਟ ਨੂੰ ਪ੍ਰੋਟੈਕਟ ਕਰਨ ਦੇ ਲਈ ਬਾਇਓਲੋਜੀਕਲ ਮੈਥਡ ਦਾ ਯੂਜ਼ ਕਰਨਾ, ਉਸ ਨੂੰ ਆਪਾਂ ਬਾਇਓ ਕੰਟਰੋਲ ਬੋਲਦੇ ਹਾਂ। ਓਕੇ, ਬਾਇਓਲੋਜੀਕਲ ਏਜੰਟਸ ਆਰ ਬੈਟਰ ਅਲਟਰਨੇਟਿਵ ਟੂ ਵੀਡੀਸਾਈਡ ਐਂਡ ਪੈਸਟੀਸਾਈਡ। ਮਤਲਬ ਜਿਹੜੇ ਵੀਡੀਸਾਈਡ ਤੇ ਪੈਸਟੀਸਾਈਡ ਦਾ ਮਤਲਬ ਹੁੰਦਾ ਉਹ ਹੁੰਦਾ ਕੈਮੀਕਲਸ ਜਿਹੜੇ ਵੀਡ ਨੂੰ ਮਾਰਦੇ ਨੇ ਉਹਨੂੰ ਵੀਡੀਸਾਈਡ ਕਹਾਂਗੇ, ਜਿਹੜੇ ਪੈਸਟ ਨੂੰ ਮਾਰਦੇ ਨੇ ਉਹਨੂੰ ਪੈਸਟੀਸਾਈਡ ਕਹਾਂਗੇ। ਸਾਈਡ ਦਾ ਮਤਲਬ ਹੁੰਦਾ ਮਾਰਨਾ। ਸੋ ਜਿਹੜੇ ਕੈਮੀਕਲ ਹੋਣਗੇ ਉਹ ਕ੍ਰੌਪਸ ਦੇ ਥਰੂ ਅਲਟੀਮੇਟਲੀ ਹਿਊਮਨ ਦੇ ਅੰਦਰ ਜਾਂ ਐਨੀਮਲ ਦੇ ਅੰਦਰ ਭੋਜਨ ਦੇ ਥਰੂ, ਭੋਜਨ ਲੜੀ ਦੇ ਥਰੂ ਚਲੇ ਜਾਂਦੇ ਨੇ, ਤਾਂ ਉਹਦਾ ਅਲਟੀਮੇਟਲੀ ਸਾਰਿਆਂ ਨੂੰ ਹੀ ਨੁਕਸਾਨ ਹੁੰਦਾ ਹੈ। ਸੋ ਕੈਮੀਕਲ ਨੂੰ ਰਿਪਲੇਸ ਕਰਨ ਦੇ ਲਈ ਅਗਰ ਆਪਾਂ ਬਾਇਓਲੋਜੀਕਲ ਮੈਥਡ ਯੂਜ਼ ਕਰੀਏ ਤਾਂ ਉਸਨੂੰ ਬਾਇਓ ਕੰਟਰੋਲ ਮੈਥਡ ਕਿਹਾ ਜਾਂਦਾ ਹੈ। ਸੋ ਜੋ ਵੀਡ ਹੁੰਦਾ ਹੈ ਉਹ ਹੋ ਗਿਆ ਅਨਵਾਂਟਡ ਪਲਾਂਟ ਤੇ ਜੋ ਪੈਸਟ ਹੁੰਦਾ ਉਹ ਹੁੰਦਾ ਹਾਰਮਫੁਲ ਇਨਸੈਕਟ। ਠੀਕ ਹੈ, ਤਾਂ ਵੀਡ ਨੂੰ ਮਾਰਨ ਵਾਲਾ ਵੀਡੀਸਾਈਡ, ਪੈਸਟ ਨੂੰ ਮਾਰਨ ਵਾਲਾ ਪੈਸਟੀਸਾਈਡ। ਸੋ ਨੈਕਸਟ ਹੈ ਇਨ ਐਗਰੀਕਲਚਰ ਦੇयर इज़ अ ਮੈਥਡ ਆਫ ਕੰਟਰੋਲਿੰਗ ਪੈਸਟ that relies on natural predation rather than introduced chemical। ਮਤਲਬ ਖੇਤੀਬਾੜੀ ਦੇ ਵਿੱਚ ਜਦੋਂ ਆਪਾਂ ਪੈਸਟ ਨੂੰ ਜਾਂ ਵੀਡ ਨੂੰ ਕੰਟਰੋਲ ਕਰਨਾ ਹੋਵੇ ਤਾਂ ਉਹਦੇ ਲਈ ਆਪਾਂ ਨੂੰ ਨੈਚੁਰਲ ਪ੍ਰੋਡੇਸ਼ਨ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਨੈਚੁਰਲ ਪ੍ਰੋਡੇਸ਼ਨ ਦਾ ਮਤਲਬ ਹੁੰਦਾ ਹੈ ਕਿ ਨੇਚਰ ਦੇ ਵਿੱਚ ਕਿਹੜਾ ਇਨਸੈਕਟ ਜਾਂ ਕਿਹੜਾ ਕੋਈ ਹਰਬ ਦੂਸਰੇ ਵੀਡ ਨੂੰ ਜਾਂ ਪੈਸਟ ਨੂੰ ਖਾਂਦਾ ਹੈ। ਕਿਉਂਕਿ ਆਪਾਂ ਨੇ ਸਾਰਿਆਂ ਨੇ ਭੋਜਨ ਲੜੀ ਬਾਰੇ ਪੜ੍ਹਿਆ ਹੋਇਆ ਫੂਡ ਚੇਨ, ਤਾਂ ਫੂਡ ਚੇਨ ਦੇ ਵਿੱਚ ਆਪਾਂ ਨੂੰ ਸਾਰੀ ਜਾਣਕਾਰੀ ਹੋ ਜਾਂਦੀ ਹੈ ਵੀ ਕੌਣ ਕਿਸ ਨੂੰ ਖਾਂਦਾ ਹੈ। ਸੋ ਜਿਹੜੀ ਚੀਜ਼ ਆਪਣੇ ਲਈ ਹਾਰਮਫੁਲ ਹੋਵੇ ਤਾਂ ਉਸ ਨੂੰ ਖਾਣ ਵਾਲੀ ਜਿਹੜਾ ਕੋਈ ਬਾਇਓਲੋਜੀਕਲ ਏਜੰਟ ਹੈ ਤਾਂ ਉਸ ਨੂੰ ਆਪਾਂ ਇੰਟਰੋਡਿਊਸ ਆਪਣੇ ਖੇਤਾਂ ਦੇ ਵਿੱਚ ਕਰ ਸਕਦੇ ਹਾਂ ਤਾਂ ਕਿ ਭੋਜਨ ਲੜੀ ਵੀ ਚੱਲਦੀ ਰਹੇ, ਭੋਜਨ ਵੈਬ ਵੀ ਸਹੀ ਚੱਲਦਾ ਰਹੇ ਤੇ ਈਕੋਲੋਜੀ ਨੂੰ ਕੋਈ ਨੁਕਸਾਨ ਕੈਮੀਕਲ ਤੋਂ ਨਾ ਹੋਵੇ। ਸੋ ਕੈਮੀਕਲ ਨੂੰ ਆਪਾਂ ਰਿਪਲੇਸ ਕਰਨਾ ਹੀ ਆਪਣਾ ਇਹਦੇ 'ਚ ਮੇਨ ਮੰਤਵ ਹੁੰਦਾ ਹੈ। ਕੰਟਰੇਰੀ ਟੂ ਕਨਵੈਨਸ਼ਨਲ ਫਾਰਮਿੰਗ, ਕੰਟਰੇਰੀ ਹੁੰਦਾ ਮਤਲਬ ਇਸ ਦੇ ਉਲਟ। ਕਨਵੈਨਸ਼ਨਲ ਫਾਰਮਿੰਗ ਜਿਹੜੀ ਟ੍ਰੈਡੀਸ਼ਨਲ ਫਾਰਮਿੰਗ ਪੁਰਾਣੇ ਸਮੇਂ ਤੋਂ ਲੋਕ ਕਰਦੇ ਆ ਰਹੇ ਨੇ, ਠੀਕ ਹੈ, ਵਿਚ ਆਫਨ ਯੂਜ਼ ਕੈਮੀਕਲ ਮੈਥਡ ਟੂ ਕਿਲ ਬੋਥ ਯੂਜ਼ਫੁਲ ਐਂਡ ਹਾਰਮਫੁਲ ਲਾਈਫ ਫਾਰਮਸ ਇਨਡਿਸਕ੍ਰਿਮੀਨੇਟਲੀ। ਮਤਲਬ ਅੱਜ ਤੋਂ ਪਹਿਲਾਂ ਕੀ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਖੇਤੀ ਕਰਦੇ ਹੋਏ ਕੈਮੀਕਲ ਦੀ ਵਰਤੋਂ ਐਜ਼ ਏ ਵੀਡੀਸਾਈਡ ਤੇ ਪੈਸਟੀਸਾਈਡ ਕਰਦੇ ਆ ਰਹੇ ਨੇ। ਤਾਂ ਜਿਹੜਾ ਵੀਡੀਸਾਈਡ ਜਾਂ ਪੈਸਟੀਸਾਈਡ ਹੋਵੇਗਾ ਉਹ ਸਾਰਿਆਂ ਨੂੰ ਹੀ, ਸਾਰੇ ਆਰਗੇਨਿਜ਼ਮ ਨੂੰ ਹੀ ਮਾਰੇਗਾ, ਚਾਹੇ ਉਹ ਆਰਗੇਨਿਜ਼ਮ ਬੈਨੀਫੀਸ਼ੀਅਲ ਹੋਵੇ ਆਪਣੇ ਲਈ। ਠੀਕ ਹੈ, ਤਾਂ ਇਹ ਇਨਡਿਸਕ੍ਰਿਮੀਨੇਟਲੀ ਮਾਰੇਗਾ, ਤਾਂ ਇਹ ਆਪਣੇ ਲਈ ਨੁਕਸਾਨਦਾਇਕ ਹੁੰਦਾ ਹੈ। ਠੀਕ ਹੈ, ਲੇਕਿਨ ਜਿਹੜੀ ਆਪਾਂ ਗੱਲ ਕਰ ਰਹੇ ਹਾਂਗੇ ਇਹਦੇ 'ਚ ਬਾਇਓ ਕੰਟਰੋਲ ਦੀ, ਸੋ ਜਿਹੜੀ ਇਹ ਅਪਰੋਚ ਹੈ ਇੱਕ ਪਵਿੱਤਰ ਅਪਰੋਚ ਆ ਗਈ, ਹੋਲਿਸਟਿਕ ਅਪਰੋਚ ਹੈ, ਜਿਹਦੇ ਵਿੱਚ ਕੀ ਹੁੰਦਾ ਗਾ ਆਪਾਂ ਭੋਜਨ ਦੇ ਜਿਹੜੇ ਵੈਬ ਬਣੇ ਹੁੰਦੇ ਨੇ, ਫੂਡ ਵੈਬ, ਉਹਦੀ ਅੰਡਰਸਟੈਂਡਿੰਗ ਨੂੰ ਸਮਝਦੇ ਹਾਂ ਤੇ ਜਿੰਨੇ ਵੀ ਧਰਤੀ ਉੱਪਰ ਫੌਨਾ ਤੇ ਫਲੋਰਾ ਮਤਲਬ ਐਨੀਮਲ ਤੇ ਪਲਾਂਟਸ ਐਗਜ਼ਿਸਟ ਕਰਦੇ ਨੇ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਕੈਮੀਕਲ ਦੇ ਨਾਲ ਨੁਕਸਾਨ ਪਹੁੰਚਾਉਣ ਤੋਂ ਰੋਕ ਸਕਦੇ ਆਂਗੇ ਇਸ ਮੈਥਡ ਦੇ ਨਾਲ, ਮਤਲਬ ਬਾਇਓਲੋਜੀਕਲ ਕੰਟਰੋਲ ਦੇ ਨਾਲ। ਦਾ ਆਰਗੈਨਿਕ ਫਾਰਮਰ ਹੋਲਡ ਦਾ ਵਿਊ ਦੈਟ ਦਾ ਇਰੈਡੀਕੇਸ਼ਨ ਆਫ ਕ੍ਰੀਏਚਰ, ਇਰੈਡੀਕੇਸ਼ਨ ਮਤਲਬ ਬਿਲਕੁਲ ਖਤਮ ਕਰ ਦੇਣਾ ਕਿਸੇ ਚੀਜ਼ ਨੂੰ, ਕ੍ਰੀਏਚਰ ਮਤਲਬ ਕੋਈ ਵੀ ਆਰਗੇਨਿਜ਼ਮ, ਕੋਈ ਵੀ ਲਿਵਿੰਗ ਪ੍ਰਾਣੀ, ਉਹਨੂੰ ਆਪਾਂ ਕ੍ਰੀਏਚਰ ਬੋਲ ਦਿਆਂਗੇ। ਦੈਟ ਆਰ ਆਫਨ ਡਿਸਕਰਾਈਬਡ ਐਜ਼ ਪੈਸਟ, ਮਤਲਬ ਜਿਹਨੂੰ ਆਪਾਂ ਪੈਸਟ ਕਹਿੰਦੇ ਹਾਂ ਜਿਹੜਾ ਆਪਣੇ ਲਈ ਹਾਰਮਫੁਲ ਹੁੰਦਾ ਗਾ, ਇਜ਼ ਨਾਟ ਓਨਲੀ ਪੋਸੀਬਲ ਬਟ ਆਲਸੋ ਅਨਡਿਜ਼ਾਇਰੇਬਲ। ਮਤਲਬ ਕਿਸੇ ਨੂੰ ਪੂਰੇ ਤੌਰ ਤੇ ਇਰੈਡੀਕੇਟ ਕਰਨਾ, ਪੂਰਨ ਤੌਰ ਤੇ ਖਤਮ ਕਰਨਾ ਇਹ ਸੰਭਵ ਵੀ ਨਹੀਂ ਹੈਗਾ ਤੇ ਇਹ ਵੈਸੇ ਵੀ ਅਨਡਿਜ਼ਾਇਰੇਬਲ ਹੈ, ਕਿਸੇ ਨੂੰ ਖਤਮ ਕਰਨਾ ਚਾਹੀਦਾ ਵੀ ਨਹੀਂ ਹੈਗਾ। ਫॉर ਵਿਦਾਊਟ them beneficially predatory and parasitic insect which depend upon them as food or host would not be able to survive। ਇਸ ਦਾ ਕੀ ਮਤਲਬ ਹੋਇਆ ਕਿ ਜੇ ਆਪਾਂ ਕਿਸੇ ਇੱਕ ਆਰਗੇਨਿਜ਼ਮ ਨੂੰ ਫੂਡ ਚੇਨ ਦੇ ਵਿੱਚੋਂ ਇਰੈਡੀਕੇਟ ਕਰ ਦੇਵਾਂਗੇ, ਖਤਮ ਕਰ ਦੇਵਾਂਗੇ, ਤਾਂ ਜੋ ਅਗਲਾ ਇਨਸੈਕਟ ਭੋਜਨ ਲੜੀ ਵਿੱਚ ਉਸ ਦੇ ਉੱਪਰ ਡਿਪੈਂਡ ਸੀਗਾ
ਤਾਂ ਉਹ ਵੀ ਸਰਵਾਈਵ ਨਹੀਂ ਕਰੇਗਾ। ਤਾਂ ਅਲਟੀਮੇਟਲੀ ਇੱਕ ਭੋਜਨ ਦੀ ਜਿਹੜੀ ਲੜੀ ਹੁੰਦੀ ਹੈ ਜਾਂ ਫੂਡ ਚੇਨ ਜਿਹੜੀ ਆਪਾਂ ਹੁੰਦੀ ਕਹਿੰਦੇ ਹੈਗੇ, ਤਾਂ ਉਸ ਫੂਡ ਚੇਨ ਦਾ ਅੰਤ ਹੋ ਜਾਵੇਗਾ। ਤਾਂ ਇਸ ਦੇ ਨਾਲ ਆਪਣੇ ਬਹੁਤ ਸਾਰੇ ਸਪੀਸੀਜ਼ ਦਾ ਲੋਸ ਹੋ ਜਾਵੇਗਾ, ਜੋ ਕਿ ਬਾਇਓਡਾਇਵਰਸਿਟੀ ਲਈ ਇੱਕ ਬਹੁਤ ਵੱਡਾ ਖਤਰਾ ਹੁੰਦਾ ਹੈ। Thus, the use of biocontrol measure will greatly reduce our dependence on the toxic chemical and pesticide। ਮਤਲਬ ਜੇ ਆਪਾਂ ਬਾਇਓ ਕੰਟਰੋਲ ਮੈਥਡ ਨੂੰ ਵਰਤਦੇ ਹਾਂ ਫॉर ਕੰਟਰੋਲਿੰਗ ਪੈਸਟਸ ਐਂਡ ਵੀਡਸ, ਤਾਂ ਆਪਣਾ ਕੈਮੀਕਲ ਤੋਂ ਛੁਟਕਾਰਾ ਹੋ ਜਾਵੇਗਾ, ਆਪਣੀ ਕੈਮੀਕਲ ਦੇ ਉੱਪਰ ਜਿਹੜੀ ਨਿਰਭਰਤਾ ਹੈਗੀ ਉਹ ਖਤਮ ਹੋ ਜਾਵੇਗੀ। ਠੀਕ ਹੈ, ਸੋ ਨੈਕਸਟ ਗੱਲ ਕਰਦੇ ਹਾਂ। Important part of biological farming approach is to become familiar with the various life forms that inhabit the field, predator and pest, and also their life cycle, pattern of feeding and habitat they prefer। This will help develop appropriate means of biocontrol। ਤਾਂ ਇਸ ਪੂਰੇ ਪੈਰੇ ਦਾ ਇਹ ਮਤਲਬ ਹੋਇਆ ਕਿ ਜੇ ਆਪਾਂ ਬਾਇਓ ਕੰਟਰੋਲ ਮੈਥਡ ਨੂੰ ਯੂਜ਼ ਕਰਨਾ ਚਾਹੁੰਦੇ ਆ ਤਾਂ ਉਸ ਦੇ ਬਾਰੇ ਆਪਾਂ ਨੂੰ ਲਾਈਫ ਫਾਰਮਸ, ਜਿੰਨੀਆਂ ਵੀ ਧਰਤੀ ਉੱਪਰ ਪਲਾਂਟਸ ਐਨੀਮਲਸ ਹੈਗੇ ਨੇ, ਉਹਨਾਂ ਲਾਈਫ ਫਾਰਮਸ ਦੀ ਜਿਨ੍ਹਾਂ ਨਾਲ ਵੀ ਆਪਣਾ ਬਾਹ ਪੈਣਾ ਹੈਗਾ ਉਹਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਕੌਣ ਕਿਸ ਦਾ ਪ੍ਰੀਡੇਟਰ ਆ, ਕੌਣ ਕਿਸ ਦਾ ਪ੍ਰੇ ਹੈ। ਠੀਕ ਹੈ, ਪ੍ਰੀਡੇਟਰ ਮਤਲਬ ਸ਼ਿਕਾਰ ਕਰਨ ਵਾਲਾ, ਪ੍ਰੇ ਮਤਲਬ ਸ਼ਿਕਾਰ ਹੋਣ ਵਾਲਾ। ਜੇ ਆਪਾਂ ਨੂੰ ਪ੍ਰੀਡੇਟਰ ਤੇ ਪ੍ਰੇ ਦੇ ਵਿਚਾਲੇ ਰਿਲੇਸ਼ਨ ਪਤਾ ਹੋਵੇਗਾ ਤਾਂ ਹੀ ਆਪਾਂ ਬਾਇਓ ਕੰਟਰੋਲ ਮੈਥਡ ਨੂੰ ਯੂਜ਼ ਕਰ ਸਕਾਂਗੇ। ਇਸ ਤੋਂ ਇਲਾਵਾ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਹਨਾਂ ਦਾ ਰਹਿਣ ਦਾ ਪ੍ਰੋਪਰ ਸਥਾਨ ਕਿਹੜਾ ਹੈ, ਉਹ ਕਿੱਥੇ ਰਹਿਣਾ ਪ੍ਰੈਫਰ ਕਰਦੇ ਹਨ, ਕਿਹੜਾ ਐਨੀਮਲ ਕਿਹੜਾ ਪਲਾਂਟ ਕਿੱਥੇ ਕਿਸ ਏਰੀਏ ਵਿੱਚ ਪ੍ਰੋਪਰਲੀ ਗਰੋ ਕਰਦਾ ਹੈ। ਅਤੇ ਇਸ ਦੇ ਨਾਲ ਹੀ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਹਨਾਂ ਦਾ ਫੀਡਿੰਗ ਪੈਟਰਨ ਕੀ ਹੈ, ਮਤਲਬ ਉਹ ਕਿਸ ਤਰ੍ਹਾਂ ਦਾ ਭੋਜਨ ਕਿਸ ਸਮੇਂ 'ਤੇ ਖਾਣਾ ਪ੍ਰੈਫਰ ਕਰਦੇ ਹਨ। ਤਾਂ ਅਜਿਹੀ ਜਾਣਕਾਰੀ ਦੇ ਨਾਲ ਹੀ ਆਪਾਂ ਨੂੰ ਬਾਇਓ ਕੰਟਰੋਲ ਵਿਧੀ ਨੂੰ ਸਹੀ ਤਰੀਕੇ ਨਾਲ ਚੋਣ ਕਰਨੀ ਆਪਣੇ ਲਈ ਈਜ਼ੀ ਹੋ ਜਾਂਦੀ ਹੈ। ਓਕੇ, the very familiar beetle with red and black marking, the ladybird and dragonfly are useful to get rid of aphid and mosquito respectively। ਮਤਲਬ ਕੀ ਹੋਇਆ ਕਿ ਇਹ ਇੱਕ ਕਾਮਨ ਐਗਜ਼ਾਮਪਲ ਹੈ ਕਿ ਜਿਹੜਾ ਲੇਡੀ ਬਰਡ ਹੈ ਤੇ ਡਰੈਗਨ ਫਲਾਈ ਹੈ ਉਹਨੂੰ ਆਪਾਂ ਐਜ਼ ਏ ਬਾਇਓ ਕੰਟਰੋਲ ਮੈਥਡ ਯੂਜ਼ ਕਰਦੇ ਹਾਂ। ਜੋ ਲੇਡੀ ਬਰਡ ਹੈ ਉਹ ਐਫਿਡ ਇੱਕ ਤਰ੍ਹਾਂ ਦੀ ਮੱਖੀ ਹੁੰਦੀ ਹੈ, ਇੱਕ ਤਰ੍ਹਾਂ ਦਾ ਇਹ ਪੈਸਟ ਹੈਗਾ, ਤਾਂ ਉਹਨੂੰ ਖਤਮ ਕਰਦਾ ਹੈ। ਤੇ ਜਿਹੜਾ ਡਰੈਗਨ ਫਲਾਈ ਹੈ ਉਹ ਮੋਸਕੀਟੋ ਨੂੰ ਖਤਮ ਕਰਨ ਦੇ ਵਿੱਚ ਸਹਾਈ ਹੁੰਦਾ ਹੈ। ਸੋ ਇਸ ਨਾਲ ਬੈਨੀਫਿਟ ਕੀ ਹੋਇਆ ਕਿ ਲੇਡੀ ਬਰਡ ਤੇ ਡਰੈਗਨ ਫਲਾਈ ਨੂੰ ਉਹਨਾਂ ਦਾ ਭੋਜਨ ਵੀ ਮਿਲ ਗਿਆ। ਠੀਕ ਹੈ, ਤੇ ਨਾਲ ਹੀ ਆਪਾਂ ਨੂੰ ਕੋਈ ਕੈਮੀਕਲ ਦੀ ਵਰਤੋਂ ਨਹੀਂ ਕਰਨੀ ਪਈ, ਤੇ ਨਾਲ ਹੀ ਆਪਣੇ ਜਿਹੜੇ ਯੂਜ਼ਫੁਲ ਬਾਕੀ ਆਰਗੇਨਿਜ਼ਮ ਨੇ ਜਾਂ ਆਪਣੀਆਂ ਕ੍ਰੌਪਸ ਨੇ ਉਹਦੇ ਉੱਪਰ ਕੋਈ ਨੈਗੇਟਿਵ ਪ੍ਰਭਾਵ ਨਹੀਂ ਪਿਆ। An example of microbial biocontrol agent that can be introduced in order to control butterfly caterpillar, ਜਿਹੜੇ ਲਾਰਵੇ ਹੁੰਦੇ ਨੇ ਤਿਤਲੀ ਦੇ, ਉਹਨੂੰ ਖਤਮ ਕਰਨ ਦੇ ਲਈ ਆਪਾਂ ਇੱਕ ਬੈਕਟੀਰੀਆ ਇੰਟਰੋਡਿਊਸ ਕਰ ਸਕਦੇ ਹਾਂਗੇ, ਜਿਸ ਬੈਕਟੀਰੀਆ ਦਾ ਨਾਮ ਹੈ ਬੈਸਿਲਸ ਥੁਰਿੰਜੈਂਸਿਸ। ਤਾਂ ਬੈਸਿਲਸ ਥੁਰਿੰਜੈਂਸਿਸ ਇੱਕ ਬੀਟੀ ਕਾਟਨ, ਬੀਟੀ ਬੈਂਗਨ ਤੁਸੀਂ ਸੁਣਿਆ ਹੋਵੇਗਾ। ਤਾਂ ਬੀਟੀ ਤੋਂ ਭਾਵ ਹੈ ਬੈਸਿਲਸ ਥੁਰਿੰਜੈਂਸਿਸ। ਇਹ ਇੱਕ ਬੈਕਟੀਰੀਆ ਹੈ ਜੋ ਕਿ ਪਲਾਂਟ ਦੇ ਅੰਦਰ ਜੋ ਆਪਾਂ ਇੰਟਰੋਡਿਊਸ ਕਰ ਦਈਏ ਤਾਂ ਇਹ ਪਲਾਂਟ ਨੂੰ ਨੈਚੁਰਲੀ ਇਨਸੈਕਟੀਸਾਈਡ ਬਣਾ ਦਿੰਦਾ ਹੈ, ਅਤੇ ਉਸ ਪਲਾਂਟ ਦੇ ਉੱਪਰ ਕੋਈ ਵੀ ਜਿਹੜਾ ਇਨਸੈਕਟ ਆ ਉਹ ਅਟੈਕ ਨਹੀਂ ਕਰਦਾ। ਅਤੇ ਨਾਲ ਹੀ ਇਹ ਫਾਇਦਾ ਹੈ ਕਿ ਆਪਣੀ ਇੱਕ ਤਾਂ ਪ੍ਰੋਡਕਸ਼ਨ ਵੱਧ ਜਾਂਦੀ ਹੈ, ਅਤੇ ਦੂਸਰਾ ਇਨਸੈਕਟੀਸਾਈਡ ਬਣੇ ਪਲਾਂਟ ਦਾ ਆਪਣੇ ਉੱਪਰ ਮਤਲਬ ਹਿਊਮਨ ਦੇ ਉੱਪਰ ਜਾਂ ਐਨੀਮਲ ਦੇ ਉੱਪਰ ਕੋਈ ਵੀ ਖਤਰਾ ਨਹੀਂ ਹੁੰਦਾ, ਉਹ ਸਿਰਫ ਇਨਸੈਕਟ ਨੂੰ ਹੀ ਮਾਰਦਾ ਹੈ। ਠੀਕ ਹੈ, ਸੋ ਨੈਕਸਟ ਹੈ ਆਪਣਾ these are available in sachet as dried spores। ਮਤਲਬ ਜਿਹੜਾ ਇਹ ਬੈਕਟੀਰੀਆ ਹੈ ਇਹ ਸਪੋਰ ਦੀ ਫਾਰਮ ਦੇ ਵਿੱਚ ਮਾਰਕੀਟ ਦੇ ਵਿੱਚ ਸ਼ੈਸ਼ੇ ਦੇ ਵਿੱਚ ਮਿਲ ਜਾਂਦਾ ਹੈ, ਛੋਟੇ ਛੋਟੇ ਪਾਊਚ ਦੇ ਵਿੱਚ ਮਿਲ ਜਾਂਦਾ ਹੈ। ਵਿਚ ਆਰ ਮਿਕਸਡ ਵਿਦ ਵਾਟਰ, ਇਹਨੂੰ ਵਾਟਰ ਦੇ ਨਾਲ ਮਿਕਸ ਕਰਨਾ ਹੁੰਦਾ ਹੈ। ਐਂਡ ਸਪਰੇ ਔਨ ਟੂ ਵਲਨਰੇਬਲ ਪਲਾਂਟ, ਮਤਲਬ ਜਿਹੜੇ ਪਲਾਂਟ ਦੇ ਉੱਪਰ ਇਨਸੈਕਟ ਦਾ ਖਤਰਾ ਹੋਵੇ ਉਸ ਪਲਾਂਟ ਦੇ ਉੱਪਰ ਆਪਾਂ ਇਹਨੂੰ ਸਪਰੇ ਕਰਨਾ ਹੈ। ਠੀਕ ਹੈ, ਸੱਚ ਐਸ ਬ੍ਰੈਸਿਕਸ, ਮਤਲਬ ਬ੍ਰੈਸਿਕਾ ਜਿਹੜੇ ਪਲਾਂਟ ਹੁੰਦੇ ਨੇ, ਸਰੋਂ ਦੇ ਪਲਾਂਟ ਹੁੰਦੇ ਨੇ, ਐਂਡ ਫਰੂਟ ਟਰੀਜ਼, ਫਲਾਂ ਦੇ ਜਿਹੜੇ ਦਰਖਤ ਨੇ ਉਹਨਾਂ ਦੇ ਉੱਪਰ ਆਪਾਂ ਇਹਨੂੰ ਸਪਰੇ ਕਰ ਸਕਦੇ ਹਾਂ। ਸੋ ਉਸ ਤੋਂ ਬਾਅਦ ਕੀ ਹੋਏਗਾ ਕਿ ਜਦੋਂ ਹੀ ਇਨਸੈਕਟ ਇਸ ਦੇ ਉੱਪਰ ਜਾਏਗਾ, ਸੋ ਈਟਨ ਬਾਏ ਦਾ ਇਨਸੈਕਟ ਲਾਰਵੇ, ਮਤਲਬ ਜਦੋਂ ਇਹ ਇਨਸੈਕਟ ਦਾ ਲਾਰਵੇ ਇਸ ਪਲਾਂਟ ਨੂੰ ਖਾਏਗਾ ਤਾਂ ਕੀ ਹੋਵੇਗਾ ਕਿ ਇਨ ਦਾ ਗਟ ਆਫ ਲਾਰਵੇ ਦਾ ਟੌਕਸਿਨ ਇਜ਼ ਰਿਲੀਜ਼ਡ। ਮਤਲਬ ਜਿਹੜਾ ਵੀ ਪਲਾਂਟ ਦਾ ਪਾਰਟ ਇਸ ਇਨਸੈਕਟ ਨੇ ਖਾਧਾ, ਉਹ ਪਾਰਟ ਇਹਦੇ ਅੰਦਰ ਇਨਸੈਕਟ ਦੇ ਅੰਦਰ ਜਾ ਕੇ ਉਸਦੀ ਇੰਟੈਸਟਾਈਨ ਦੇ ਵਿੱਚ ਇੱਕ ਟੌਕਸਿਨ ਰਿਲੀਜ਼ ਕਰਦਾ ਹੈ। ਠੀਕ ਹੈ, ਦਸ ਦਾ ਬੈਕਟੀਰੀਅਲ ਡਿਜ਼ੀਜ਼ ਵਿਲ ਕਿਲ ਦਾ ਕੈਟਰਪਿਲਰ। ਤਾਂ ਉਸ ਬੈਕਟੀਰੀਆ ਦੇ ਕਾਰਨ, ਬੈਕਟੀਰੀਆ ਦੀ ਜਿਹੜੀ ਟੌਕਸਿਨ ਹੈ ਉਹਦੇ ਕਾਰਨ ਇਸ ਇਨਸੈਕਟ ਦੇ ਅੰਦਰ ਇੱਕ ਬਿਮਾਰੀ ਹੋ ਜਾਊਗੀ,
ਤੇ ਇਨਸੈਕਟ ਮਰ ਜਾਵੇਗਾ। ਤਾਂ ਅਜਿਹਾ ਕਰਨ ਨਾਲ ਕੀ ਹੋਵੇਗਾ ਕਿ ਇਨਸੈਕਟ ਦੇ ਵਿੱਚ ਇੱਕ ਪ੍ਰਵਿਰਤੀ ਡਿਵੈਲਪ ਹੋ ਜਾਵੇਗੀ ਕਿ ਅੱਗੇ ਤੋਂ ਉਹ ਉਸ ਪਲਾਂਟ ਦੇ ਉੱਪਰ ਜਾਣਾ ਛੱਡ ਦਿੰਦੇ ਨੇ, ਉਸ ਪਲਾਂਟ ਨੂੰ ਖਾਣਾ ਛੱਡ ਦਿੰਦੇ ਨੇ। ਸੋ ਆਪਣਾ ਮੇਨ ਮੰਤਵ ਇਹੀ ਹੈ ਕਿ ਆਪਣੇ ਪਲਾਂਟ ਨੂੰ ਉਹ ਇਨਸੈਕਟ ਖਤਰਨਾਕ ਨਾ ਹੋਵੇ, ਆਪਣੇ ਪਲਾਂਟ ਦੇ ਉੱਪਰ ਅਟੈਕ ਨਾ ਕਰੇ। ਬਿਕੋਜ਼ ਆਫ ਦ ਡਿਵੈਲਪਮੈਂਟ ਮੈਥਡ ਆਫ ਜੈਨੇਟਿਕ ਇੰਜੀਨੀਅਰਿੰਗ ਇਨ ਦਾ ਲਾਸਟ ਡਿਕੇਡ, ਮਤਲਬ ਪਿਛਲੇ 10 ਸਾਲਾਂ ਦੇ ਦੌਰਾਨ ਜੈਨੇਟਿਕ ਇੰਜੀਨੀਅਰਿੰਗ ਦੇ ਹੈਲਪ ਨਾਲ ਆਪਾਂ ਕੀ ਕੀਤਾ ਹੈ ਕਿ ਜਿਹੜੇ ਆਪਣੇ ਵਿਗਿਆਨੀ ਨੇ ਉਹਨਾਂ ਨੇ ਜੋ ਇਹ ਬੈਕਟੀਰੀਆ ਦੀ ਮੈਂ ਗੱਲ ਕੀਤੀ ਹੈ ਬੈਸੀਲਸ ਥੁਰੈਂਜੈਂਸਿਸ, ਉਸ ਬੈਕਟੀਰੀਆ ਦੀ ਟੌਕਸਿਨ ਨੂੰ ਬਣਾਉਣ ਵਾਲਾ ਜਿਹੜਾ ਜੀਨ ਹੈ ਉਹ ਜੀਨ ਉਸ ਬੈਕਟੀਰੀਆ 'ਚੋਂ ਐਲੀਮੀਨੇਟ ਕਰ ਲਿਆ, ਕੱਢ ਲਿਆ ਹੈ, ਅਤੇ ਉਸ ਜੀਨ ਨੂੰ ਹੀ ਆਪਾਂ ਪਲਾਂਟਸ ਦੇ ਅੰਦਰ ਇੰਟਰੋਡਿਊਸ ਕਰ ਦਿੰਦੇ ਹਾਂ। ਠੀਕ ਹੈ, ਤਾਂ ਪਲਾਂਟਸ ਦੇ ਅੰਦਰ ਜਦੋਂ ਆਪਾਂ ਕਿਉਂਕਿ ਜਿਹੜੀ ਪਹਿਲਾਂ ਆਪਾਂ ਗੱਲ ਕੀਤੀ ਉਹ 'ਚ ਆਪਾਂ ਕਿਹਾ ਸੀ ਵੀ ਪਾਊਚ ਨੂੰ ਲੈ ਕੇ ਆਪਾਂ ਸਪਰੇਅ ਕੀਤਾ ਸੀ ਪਲਾਂਟ ਉੱਪਰ। ਠੀਕ ਹੈ, ਹੁਣ ਆਪਾਂ ਪਲਾਂਟ ਉੱਪਰ ਸਪਰੇਅ ਨਹੀਂ ਕਰਨਾ, ਆਪਾਂ ਜੀਨ ਹੀ ਪਲਾਂਟ ਦੇ ਅੰਦਰ ਪਾਤਾ। ਓਕੇ, ਸੋ ਸੱਚ ਪਲਾਂਟਸ ਆਰ ਰੈਜ਼ਿਸਟੈਂਟ ਟੂ ਦ ਇਨਸੈਕਟਸ, ਮਤਲਬ ਇਹ ਪਲਾਂਟ ਬਣ ਹੀ ਰੈਜ਼ਿਸਟੈਂਟ ਜਾਣਗੇ, ਇਹਨਾਂ ਦੇ ਉੱਪਰ ਇਨਸੈਕਟ ਆਊਗਾ ਹੀ ਨਹੀਂ। BT ਕਾਟਨ ਇਜ਼ ਵਨ ਸੱਚ ਐਗਜ਼ਾਮਪਲ, ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਹੈ BT ਕਾਟਨ, ਮਾਰਕੀਟ ਦੇ ਵਿੱਚ ਇਹਦਾ ਬਹੁਤ ਨਾਮ ਹੈ। ਠੀਕ ਹੈ, ਵਿਚ ਇਜ਼ ਬੀਇੰਗ ਕਲਟੀਵੇਟਡ ਇਨ ਸਮ ਸਟੇਟਸ ਆਫ ਆਵਰ ਕੰਟਰੀ, ਮਤਲਬ ਇੰਡੀਆ ਵਿੱਚ ਬਹੁਤ ਸਾਰੇ ਸਟੇਟ ਵਿੱਚ BT ਕਾਟਨ ਪੈਦਾ ਕੀਤੀ ਜਾ ਰਹੀ ਹੈ ਜੋ ਕਿ ਨੈਚੁਰਲੀ ਇਨਸੈਕਟੀਸਾਈਡ ਹੈ। A biological control being developed for the use in treatment of plant disease is the fungus Trichoderma. Trichoderma species are free living fungus that are very common in the root ecosystem. Trichoderma ਜਿਹੜੀ ਫੰਗਸ ਹੈ ਇਹਨੂੰ ਵੀ ਬਾਇਓ ਕੰਟਰੋਲ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਹੈਗਾ। They are effective biocontrol agent for ਸੈਬਰਲ ਪਲਾਂਟ ਪੈਥੋਜਨ, ਮਤਲਬ ਪਲਾਂਟ ਨੂੰ ਬਿਮਾਰੀ ਕਰਨ ਵਾਲੇ ਜਿੰਨੇ ਵੀ ਪੈਥੋਜਨ ਨੇ, ਬਹੁਤ ਸਾਰੇ ਪੈਥੋਜਨ ਨੂੰ ਇਹ ਜਿਹੜੀ ਫੰਗਸ ਟ੍ਰਾਈਕੋਡਰਮਾ ਹੈ ਇਹ ਮਾਰਨ ਦੇ ਵਿੱਚ ਸਹਾਈ ਹੁੰਦੀ ਹੈ। ਵੈਕਿਲੋ ਵਾਇਰਸ ਆਰ ਪੈਥੋਜਨ ਦੈਟ ਅਟੈਕ ਇਨਸੈਕਟ ਐਂਡ ਅਦਰ ਆਰਥਰੋਪੋਡਾ। ਵੈਕਿਲੋ ਵਾਇਰਸ ਇੱਕ ਵਾਇਰਸ ਦੀ ਕਿਸਮ ਹੈਗੀ ਜਿਹੜੀ ਕਿ ਪੈਥੋਜਨ ਦਾ ਕੰਮ ਕਰਦੀ, ਤਾਂ ਬਿਮਾਰੀ ਕਰਦੀ ਹੈ। ਇਹ ਕਿਹਨੂੰ ਕਰਦੀ ਹੈ? ਬਹੁਤ ਸਾਰੇ ਆਰਥਰੋਪੋਡਸ ਨੂੰ। ਆਰਥਰੋਪੋਡ ਦੇ ਵਿੱਚ ਜਿਹੜਾ ਹੈਗਾ ਮਤਲਬ ਇਨਸੈਕਟ ਹੀ ਆ ਜਾਂਦੇ ਨੇ ਸਾਰੇ। ਠੀਕ ਹੈ, ਤਾਂ ਉਹਨਾਂ ਨੂੰ ਇਹ ਅਟੈਕ ਕਰਦੀ ਹੈ। ਸੋ ਦੇ ਹੈਵ ਬੀਨ ਸ਼ੋਨ ਟੂ ਹੈਵ ਨੋ ਨੈਗੇਟਿਵ ਇੰਪੈਕਟ ਔਨ ਦਾ ਪਲਾਂਟ, ਮਤਲਬ ਇਹ ਪਲਾਂਟ ਦੇ ਉੱਪਰ ਕੋਈ ਨੈਗੇਟਿਵ ਪ੍ਰਭਾਵ ਨਹੀਂ ਪਾਉਂਦੇ। ਓਕੇ, ਨਾ ਮੈਮਲਸ ਦੇ ਉੱਪਰ, ਨਾ ਬਰਡਸ ਦੇ ਉੱਪਰ, ਨਾ ਫਿਸ਼ ਦੇ ਉੱਪਰ। ਸੋ ਬੈਕਿਲੋ ਵਾਇਰਸ ਨੂੰ ਵੀ ਆਪਾਂ ਇਨਸੈਕਟ ਨੂੰ ਮਾਰਨ ਦੇ ਲਈ ਯੂਜ਼ ਕਰ ਸਕਦੇ ਹਾਂ ਕਿਉਂਕਿ ਇਸ ਵਾਇਰਸ ਦਾ ਆਪਾਂ ਨੂੰ ਕੋਈ ਖਤਰਾ ਨਹੀਂ ਹੈ, ਬਟ ਇਹ ਇਨਸੈਕਟ ਨੂੰ ਮਾਰਨ 'ਚ ਸਹਾਈ ਹੋਣਗੇ। ਸੋ these can also be used as a bio control agent. ਸੋ ਇਹ ਸੀਗਾ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਸੂਖਮ ਜੀਵਾਂ ਦਾ ਬਾਇਓ ਕੰਟਰੋਲ ਏਜੰਟ ਦੇ ਤੌਰ ਤੇ ਜਿਹੜੀ ਉਹਦੀ ਵਰਤੋਂ ਉਹ ਕਿਵੇਂ ਕੀਤੀ ਜਾਂਦੀ ਹੈ। ਸੋ ਉਮੀਦ ਕਰਦਾ ਵੀਡੀਓ ਪਸੰਦ ਆਵੇਗਾ। ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਬਿਲਕੁਲ ਨਾ ਭੁੱਲੋ। ਥੈਂਕ ਯੂ।